घर की अटकलें ਅਸੀਂ ਕਿਹੜਾ ਮੰਨੇ ਆ ਨਾ ਅਸੀਂ ਤਾਂ ਰਿਪੀਲ ਕਰਨ ਤੇ ਖੜੇ ਆ। ਉਹਨਾਂ ਦੀ ਪ੍ਰਪੋਜ਼ਲ ਆਈ ਹੈ, ਕੱਲ ਨੂੰ ਵਿਚਾਰ ਕਰਾਂਗੇ। ਰਾਜਾ ਸਾਹਿਬ ਕੱਲ ਦਾ ਕੀ ਪਲਾਨ ਹੈ? ਦਿੱਲੀ ਪੁਲਿਸ ਨਾਲ ਮੁੜ ਤੋਂ ਮੀਟਿੰਗ ਹੈ? ਹਾਂ ਰੱਖੀ ਆ ਉਹਨਾਂ ਨੇ ਮੀਟਿੰਗ, ਦੇਖਦੇ ਆ ਵੇਲ ਲੱਗੂਗਾ ਤਾਂ ਆਹੂ। ਤੁਹਾਡੀ ਆਪਣੀ ਮੀਟਿੰਗ ਹੈ 32 ਕਿਸਾਨ ਸਾਡੀ ਆਪਣੀ ਪਹਿਲਾਂ ਬੱਤੀਆਂ ਦੀ ਹੈ, ਫਿਰ ਉਹਦੇ ਬਾਅਦ ਨੈਸ਼ਨਲ ਲੈਵਲ ਦੀ ਮੀਟਿੰਗ ਹੈ। सारा दिन कल मीटिंगों के बीच बिजी होंगे। लेकिन सर सरकार दिल्ली पुलिस की तरफ से कोई रोड मैप दिया गया है आपको कि यहाँ पर आप हमने दे दिया उनको, उनका रोड मैप हम नहीं जानते, हमने अपना रोड मैप दे दिया है। राज्यपाल साहब जी कल दी मीटिंग होंगी मुस्तैदी बहुत वधा दी है सुबह देखो ਇਹ ਤੁਹਾਡੇ ਵਾਸਤੇ ਉਹ ਸਾਨੂੰ ਨਹੀਂ ਇਹਨਾਂ ਤੇ ਡਰ ਲੱਗਦਾ। बहुत धन्यवाद राज्यपाल साहब राज्यपाल कर रहे हैं, समझ रहे हैं ਉਹ ਇਸ ਵੇਲੇ ਕੀ ਵਿਚਾਰ ਕਰ ਰਹੇ ਨੇ, ਉਹ ਇਸ ਵੇਲੇ ਕੀ ਸੋਚ ਰਹੇ ਨੇ। ਇੱਕ ਆਗੂ ਦੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਹਰ ਕਿਸੇ ਦਾ ਤਰਕ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਕੱਲ ਇਹ ਮੀਟਿੰਗ ਹੋਣੀ ਹੈ ਸਰਕਾਰ ਦੇ ਨਾਲ, ਪਰਸੋਂ ਮੀਟਿੰਗ ਹੋਣੀ ਹੈ। ਲੇਕਿਨ ਉਸ ਤੋਂ ਪਹਿਲਾਂ ਜਥੇਬੰਦੀਆਂ ਆਪਸ ਤੈਅ ਕਰਨਗੀਆਂ ਕਿ ਕਿਸ ਤਰੀਕੇ ਨਾਲ ਮੀਟਿੰਗ ਦੇ ਵਿੱਚ ਕੀ ਕੁਝ ਰਹੇਗਾ, ਕਿਸ ਤਰੀਕੇ ਨਾਲ ਸਰਕਾਰ ਨੇ ਜੋ ਪ੍ਰਪੋਜ਼ਲ ਦਿੱਤਾ ਹੈ ਉਸ ਨੂੰ ਜਥੇਬੰਦੀਆਂ ਕਿਸ ਤਰੀਕੇ ਨਾਲ ਦੇਖਦੀਆਂ ਨੇ। ਗੁਰਨਾਮ ਸਿੰਘ ਹੋਰਾਂ ਕੋਲ ਚਲਦੇ ਆ। ਗੁਰਨਾਮ ਸਿੰਘ ਚਡੂਨੀ ਕੀ ਕੁਝ ਕਹਿ ਰਹੇ ਨੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ। ਨਹੀਂ ਵਾਪਸ ਲੈਣ ਦੀ ਗੱਲ ਨਹੀਂ ਹੋਈ। ਉਹਨਾਂ ਕਿਹਾ ਵੀ ਜੇ ਤੁਹਾਡੀ ਸਹਿਮਤੀ ਬਣ ਜੇ ਅਸੀਂ ਉੱਥੇ ਐਫੀਡੇਵਿਟ ਦੇ ਦਿਆਂਗੇ ਸਥਗਿਤ ਕਰਨ ਵਾਸਤੇ। ਸੁਪਰੀਮ ਕੋਰਟ ਨੇ ਅੱਜ ਇਹ ਵੀ ਕਿਹਾ ਕਿਸਾਨਾਂ ਨੂੰ ਕਿ ਜਿਹੜੀ ਕਮੇਟੀ ਬਣੀ ਹੈਗੀ ਹੈ ਉਹਦੇ ਤੇ ਤੁਸੀਂ ਫਾਲਤੂ ਦੇ ਜਿਹੜੇ ਬਿਆਨਬਾਜ਼ੀਆਂ ਨੇ ਉਹ ਨਾ ਕਰੋ। ਇਹ ਕਿਸੇ ਦੀ ਆਪਣੀ ਨਿੱਜੀ ਰਾਏ ਹੋ ਸਕਦੀ ਹੈ। ਕਮੇਟੀ ਹੈ ਜਿਹੜੀ ਸਿਰਫ ਤੇ ਸਿਰਫ ਰਿਪੋਰਟ ਦੇਵੇਗੀ, ਤੁਸੀਂ ਬਿਆਨਬਾਜ਼ੀ ਨਾ ਕਰੋ। ਥੋੜੀ ਤਿੱਖੇ ਸ਼ਬਦਾਂ 'ਚ ਨਹੀਂ, ਉਹ ਇਹ ਕੋਈ ਗੱਲ ਨਹੀਂ ਆਈ, ਇਹ ਕੋਈ ਗੱਲ ਨਹੀਂ ਆਈ। ਹੋਰ ਕਮੇਟੀ ਬਣਾਉਣ ਦੀ ਜਿਹੜੀ ਆਪਣੀ ਮਰਜ਼ੀ ਨਾਲ ਇੱਥੇ ਕੋਈ ਕਮੇਟੀ ਬਹਿ ਕੇ ਬਣਾਉਣੀ ਹੈ ਉਸ ਤੇ ਵਿਚਾਰ ਕਰ ਸਕਦੇ ਹੋ। ਉਸ ਕਮੇਟੀ ਦੀ ਕੋਈ ਗੱਲ ਨਹੀਂ ਹੈ। ਜਿਹੜੀ ਅੱਜ ਸਰਕਾਰ ਨੇ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ ਉਹਦੇ ਵਿੱਚ ਕੁਝ ਮੈਂਬਰਾਂ ਦੇ ਨਾਮ ਵੀ ਦੱਸੇ ਨੇ। ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਰਜਿੰਦਰ ਜੀ ਕਿਵੇਂ ਦੇਖਦੇ ਹੋ ਅੱਜ ਦੀ ਜੋ ਸਰਕਾਰ ਨੇ ਨਵਾਂ ਪ੍ਰਪੋਜ਼ਲ ਦਿੱਤਾ ਵਾ? देखो सरकार ने कहा भी असी खेती कानून ਜਿਹੜੇ ਸਸਪੈਂਡ ਕਰਨ ਵਾਸਤੇ ਤਿਆਰ ਆ। ਸਸਪੈਂਡ ਤਾਂ ਸੁਪਰੀਮ ਕੋਰਟ ਨੇ ਕੀਤੇ ਵੀ ਅਸੀਂ ਉੱਥੇ ਐਫੀਡੇਵਿਟ ਦੇਣ ਨੂੰ ਤਿਆਰ ਹੈਗੇ ਆ। 1.5 ਸਾਲ 2 ਸਾਲ ਹੀ ਸਸਪੈਂਡ ਕੀਤੇ ਜਾ ਸਕਦੇ ਕਾਨੂੰਨ ਤੇ ਉਹਨਾਂ ਸਮਾਂ ਕਮੇਟੀ ਜਿਹੜਾ ਫੈਸਲਾ ਕਰੂਗੀ। ਪਰ ਅਸੀਂ ਕਾਨੂੰਨ ਰੱਦ ਕਰਾਉਣ ਤੇ ਖੜੇ ਆ ਔਰ ਕਾਨੂੰਨ ਰੱਦ ਕਰਾਉਣ ਤੇ ਲੜਾਈ ਸ਼ੁਰੂ ਹੋਈ ਆ ਔਰ ਰੱਦ ਕਰਾਉਣ ਤੱਕ ਇਹ ਲੜਾਈ ਜਿਹੜੀ ਆ ਜਾਰੀ ਰਹੂਗੀ। ਅੱਜ ਦੇ ਪ੍ਰਪੋਜ਼ਲ ਨੂੰ ਰਿਜੈਕਟ ਨਹੀਂ ਕੀਤਾ ਗਿਆ। ਕੱਲ ਜਥੇਬੰਦੀਆਂ ਆਪਸ ਵਿੱਚ ਮੀਟਿੰਗ ਕਰਨਗੀਆਂ, ਸੋਚਣਗੀਆਂ ਔਰ ਵਿਚਾਰ ਕਰਨਗੀਆਂ ਔਰ ਉਸ ਤੋਂ ਬਾਅਦ ਪਰਸੋਂ ਆਇਆ ਜਾਏਗਾ। ਦੇਖੋ ਹਰ ਮੀਟਿੰਗ 'ਚ ਇਹ ਹੁੰਦਾ ਜਦੋਂ ਸਰਕਾਰ ਕੁਝ ਕਹਿੰਦੀ ਆ ਅਸੀਂ ਕਹਿੰਦੇ ਵਿਚਾਰਾਂਗੇ, ਪਰ ਅਸੀਂ ਆਪਣੀਆਂ ਮੰਗਾਂ ਤੇ ਉਸੇ ਤਰ੍ਹਾਂ ਡਟ ਕੇ ਖੜੇ ਆ ਔਰ ਲੜਾਈ ਜਿਹੜੀ ਆ ਜਾਰੀ ਰਹੂਗੀ। ਲੋਕਾਂ ਨੂੰ ਬੇਨਤੀ ਆ ਕਿ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ ਤੋਂ ਪ੍ਰੇਰਣਾ ਲੈ ਕੇ 26 ਜਨਵਰੀ ਦੀ ਤਿਆਰੀ ਹੈ ਜਿਹੜੀ ਉਹ ਡਟ ਕੇ ਕਰਨ। NIA ਦਾ ਜ਼ਿਕਰ ਹੋਇਆ, ਤੁਸੀਂ ਕਿਹਾ ਕਿ ਕਿਉਂ ਪਰਚੇ ਭੇਜੇ ਜਾ ਰਹੇ ਆ, ਤਾਂ ਤੋਮਰ ਸਾਹਿਬ ਨੇ ਕਿਹਾ ਕਿ ਅगर कोई निर्दोष है ਤਾਂ ਉਸ ਕੱਲ ਦੀ ਤੁਹਾਡੀ ਜਿਹੜੀ ਮੀਟਿੰਗ ਹੋਣੀ ਹੈ ਡਿਸਕਸ ਕਰਾਂਗੇ ਕੀ ਕਰਨਾ। ਉਹ ਪਰਸੋਂ ਤੇ ਗਈ ਗੱਲ, ਪਰਸੋਂ ਦੀ ਮੀਟਿੰਗ ਸਰਕਾਰ ਨੇ ਅੱਜ ਕਿਹਾ 2 ਸਾਲ ਦੀ ਉਤਾਰ ਸਕਦੇ ਆ। ਕੀ ਲੱਗਦਾ ਕਿ ਕੇਂਦਰ ਸਰਕਾਰ ਨੇ ਇਹ ਕਿਉਂ ਅੱਗੇ ਤੁਹਾਡੇ ਸ਼ਰਤ ਰੱਖੀ? ਇਹ ਅਸੀਂ ਡਿਸਕਸ ਕਰਾਂਗੇ ਪਰਸੋਂ, ਤੁਹਾਨੂੰ ਇਹਦੇ ਬਾਰੇ ਇੱਥੇ ਮੀਟਿੰਗ ਤੋਂ ਬਾਅਦ ਦੱਸਾਂਗੇ। ਰਾਜਵਾਲ ਸਾਹਿਬ ਲੱਗਦਾ ਕਿ ਪਰਸੋਂ ਕੋਈ ਹੱਲ ਨਿਕਲ ਸਕਦਾ ਜੀ? ਨਿਕਲ ਵੀ ਸਕਦਾ ਕਿ ਨਹੀਂ ਵੀ ਨਿਕਲ ਸਕਦਾ। ਮੈਂ ਕੀ ਕਹਾਂ, ਪੋਜ਼ਿਟਿਵਿਟੀ ਲੱਗੀ ਅਸਰ ਬਿਨਾਂ ਹੱਲ ਤੋਂ ਪਹਿਲਾਂ ਨਾ ਪੁੱਛੋ। ਰਾਜਵਾਲ ਸਾਹਿਬ ਕਿਸਾਨੀ ਪਰੇਡ ਨੂੰ ਲੈ ਕੇ ਕੇਂਦਰ ਸਰਕਾਰ ਹੋਏਗੀ ਪਰੇਡ ਹੋਏਗੀ। ਨਹੀਂ ਕੇਂਦਰ ਸਰਕਾਰ ਚਿੰਤਾ ਵੀ ਹੁੰਦੀ ਹੈ ਜੀ, ਸਰਕਾਰ ਨੂੰ ਚਿੰਤਾ ਹੈ ਕਿ ਸਾਨੂੰ ਪ੍ਰਬੰਧ ਕਰਨੇ ਆ। ਸਾਡੀ ਕਿਸਾਨੀ ਪਰੇਡ ਬਾਰੇ ਕੇਂਦਰ ਸਰਕਾਰ ਨੇ ਕੋਈ ਗੱਲਬਾਤ ਕੀਤੀ ਹੈ? ਨਹੀਂ, ਕੋਈ ਗੱਲ ਨਹੀਂ ਕੀਤੀ। ਅੱਛਾ ਪੁਲਿਸ ਪ੍ਰਸ਼ਾਸਨ ਨਾਲ ਕੀ ਗੱਲ ਹੋਈ 26 ਨੂੰ ਲੈ ਕੇ ਅੱਜ? ਨਹੀਂ, ਉਹ ਅਸੀਂ ਉਹਨਾਂ ਨੂੰ ਕਹਿ ਆਏ ਹਾਂ ਵੀ ਸਾਡੀ ਪਰੇਡ ਹੋਏਗੀ। ਉਹ ਕੀ ਕਹਿੰਦੇ ਮੀਟਿੰਗ ਹੋਏਗੀ ਉਹਨਾਂ ਨਾਲ ਕਿ ਨਹੀਂ ਹੋਣੀ? ਰੱਖੀ ਹੈ ਮੀਟਿੰਗ, ਪਰ ਮੈਂ ਕਹਿ ਨਹੀਂ ਸਕਦਾ ਕਿਉਂਕਿ ਅਸੀਂ ਬਿਜ਼ੀ ਕਰ ਨੂੰ ਬਹੁਤ। ਠੀਕ ਹੈ, ਕੁਲਵੰਤ ਜੀ ਹੁਣੇ ਆ ਗਏ ਨੇ। ਸਾਫ਼ ਤੌਰ ਤੇ ਤੁਸੀਂ ਰਾਜੇਵਾਲ ਨੂੰ ਕਾਨੂੰਨ ਹੋਲਡ ਕਰਨ ਨੂੰ ਤਿਆਰ ਹੋ? ਦੇਖੋ ਮੈਂ ਬੇਨਤੀ ਕਰਾਂ ਕਿ ਸਰਕਾਰ ਦੇ ਉੱਤੇ ਪੂਰੀ ਤਰ੍ਹਾਂ ਦਬਾਅ ਬਣਿਆ ਹੋਇਆ ਹੈ ਇਸ ਨਾਂ ਦਾ ਅੰਦੋਲਨ ਦਾ, ਔਰ ਸਰਕਾਰ ਅੱਜ ਇਸ ਗੱਲ ਦੇ ਉੱਤੇ ਆਈ ਹੈ ਕਿ ਅਸੀਂ ਉਹਨੂੰ ਕਰਨਾ ਮਤਲਬ ਸਸਪੈਂਡ ਕਰਨ ਲਈ ਤਿਆਰ ਹਾਂ 2 ਸਾਲ ਲਈ। ਪਰ ਫਿਰ ਵੀ ਸਾਡਾ ਜਿਹੜਾ ਮਤਲਬ ਇਸੇ ਗੱਲ ਤੇ ਸਟੈਂਡ ਹੈ ਕਿ ਇਹਨੂੰ ਮਤਲਬ ਰਿਪੀਲ ਕਰੇ ਸਰਕਾਰ। ਪ੍ਰਪੋਜ਼ਲ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਦੇਣ ਲਈ ਅਸੀਂ ਕੱਲ ਨੂੰ ਮੀਟਿੰਗ ਸੱਦ ਲਈ ਹੈ। ਉਸ ਮੀਟਿੰਗ ਦੇ ਵਿੱਚ ਸਾਰੀਆਂ ਜਥੇਬੰਦੀਆਂ ਨਾਲ ਵਿਚਾਰ ਚਰਚਾ ਹੋਏਗੀ ਔਰ ਸਰਕਾਰ ਨੂੰ ਅਸੀਂ ਫਿਰ ਇਹ ਕਹਿ ਕੇ ਆਏ ਹਾਂ ਕਿ ਸਰਕਾਰ ਇਹਨੂੰ ਮੁੜ ਦੁਬਾਰਾ ਸੋਚੇ। ਅਸੀਂ ਤਾਂ ਮਤਲਬ ਉਹਦੇ ਚੋਂ ਸਾਨੂੰ ਮਤਲਬ ਪਰਸੋਂ ਦੀ ਦੁਬਾਰਾ ਮੀਟਿੰਗ ਸਰਕਾਰ ਨਾਲ ਹੋਣੀ। NIA ਦਾ ਵੀ ਜ਼ਿਕਰ ਹੋਇਆ ਸੀ। ਹਾਂ, NIA ਦੇ ਵਿੱਚ ਜਿਹੜੇ ਪਰਚੇ ਪਏ ਨੇ ਉਹਨਾਂ ਦਾ ਵੀ ਜ਼ਿਕਰ ਹੋਇਆ ਸਰਕਾਰ ਨਾਲ। ਰਾਜੇਵਾਲ ਜੀ ਮੇਰੇ ਨਾਲ ਨੇ। ਰਾਜੇਵਾਲ ਜੀ ਅਹਿਮ ਮੀਟਿੰਗ ਸਰਕਾਰ ਨਾਲ, ਅਹਿਮ ਮੀਟਿੰਗ ਕਿਸ ਤਰੀਕੇ ਦੇ ਨਾਲ ਔਰ ਨਵਾਂ ਪ੍ਰਪੋਜ਼ਲ ਕਿਸ ਤਰੀਕੇ ਨਾਲ ਦੇਖਦੇ ਹੋ? ਲਾਈਵ ਹੋ ਤੁਸੀਂ ਨਿਊਜ਼ 18 ਤੇ ਔਰ ਨਵੇਂ ਪ੍ਰਪੋਜ਼ਲ ਨੂੰ ਰਾਜੇਵਾਲ ਜੀ ਨਵੇਂ ਪ੍ਰਪੋਜ਼ਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਲਿਆ ਗੱਡੀ ਉਧਰੋਂ। ਨਵੇਂ ਪ੍ਰਪੋਜ਼ਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਕੱਲ ਨੂੰ ਵਿਚਾਰਾਂਗੇ। ਜਿਹੜੀ ਪ੍ਰਪੋਜ਼ਲ ਹੈ ਇਹਨੂੰ ਕੱਲ ਨੂੰ ਵਿਚਾਰਾਂਗੇ। ਅਸੀਂ ਉਹਨਾਂ ਨੂੰ ਕਹਿਤਾ ਵੀ ਅਸੀਂ ਇਹਦੇ ਤੇ ਹਾਲੇ ਸਹਿਮਤ ਨਹੀਂ। ਸਾਡੀ ਮੰਗ ਉਹੀ ਹੈ ਕਾਨੂੰਨ ਨੂੰ ਸਰਕਾਰ ਦੀ ਅੱਜ ਬੋਡੀ ਲੈਂਗੁਏਜ ਕਿਹੋ ਜੀ ਸੀ? ਪੋਜ਼ਿਟਿਵ ਬੋਡੀ ਲੈਂਗੁਏਜ ਸੀ?
ਮੀਟਿੰਗ ਉਹ ਤਾਂ ਕੱਲ ਨੂੰ ਫੇਰ ਕਹਿੰਦੇ ਸੀ, ਅਸੀਂ ਕੱਲ ਨੂੰ ਵਿਹਲੇ ਨਹੀਂ, ਅਸੀਂ ਕੱਲ ਨੂੰ ਅਸੀਂ ਆਪ ਥ੍ਰੈਸ਼ ਕਰਨਾ, ਪਰਸੋਂ ਦੀ ਮੀਟਿੰਗ ਸਰਕਾਰ ਦੀ ਬੋਡੀ ਲੈਂਗੁਏਜ ਪੋਜ਼ਿਟਿਵ ਸੀਗੀ ਕਿਸ ਤਰੀਕੇ ਹੁੰਦਾ ਹੈ, ਸਰਕਾਰ ਘਬਰਾਹਟ 'ਚ ਹੈ। ਇਹ ਸਾਰਾ 26 ਤਰੀਕ ਦਾ ਦਵਾ ਕਹਿ ਸਕਦੇ ਆ 26 ਤਰੀਕ ਨੂੰ ਟਰੈਕਟਰ ਮਾਰਚ ਦਾ ਦਵਾ ਹੈ ਜੀ ਸਾਰਾ। ਇਹ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ, ਮੇਰੇ ਕਿਉਂ ਕਹੋਗੇ? ਰਾਜੇਵਾਲ ਜੀ ਅੱਜ ਐਨਆਈਏ ਦਾ ਜ਼ਿਕਰ ਹੋਇਆ, ਤੁਸੀਂ ਕਿਹਾ ਕਿ ਨਜਾਇਜ਼ ਪਰਚੇ ਦਰਜ ਕੀਤੇ ਜਾਣ। ਉਹ ਕਹਿੰਦੇ ਨੇ ਵੀ ਅਸੀਂ ਉਹਦੇ ਨੋਟਿਸ ਵਾਪਸ ਲਵਾਂਗੇ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਪਰ ਅਸੀਂ ਕਿਹਾ ਸੀ ਉਹਦੇ ਅੱਗੇ ਪੇਸ਼ ਨਹੀਂ ਹੋਣਾ। ਤਾਂ ਬਲਜੀਤ ਸਿੰਘ ਰਾਜੇਵਾਲ ਸਰਕਾਰ ਨਾਲ ਮਿਲ ਕੇ ਆਏ ਨੇ ਔਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਵਿਚਾਰ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਹੀ ਤੈਅ ਜਿਹੜਾ ਵਾ ਉਹ ਕੀਤਾ ਜਾਏਗਾ ਕਿ ਕਿਸ ਤਰੀਕੇ ਨਾਲ करना है। और हरमीत सिंह कादियां होरां को चलते हैं। हरमीत सिंह कादियां होरी को कैसे देख रहे हो? और दूसरी बात कही जा रही है कि सुप्रीम कोर्ट में हम हल्फनामा भी देने को तैयार हैं, इस बात का? नहीं, वो सब बातें हो रही हैं, लेकिन शंका कमेटी पे है। जो कमेटियां सरकार की सरकारी कमेटियां बनती हैं, वो कोई ऐसा तो है नहीं कि 100% गारंटी होगी उसमें कोई पॉजिटिव ही कुछ आने वाला है। और पॉजिटिव आए ना आए, पॉजिटिव आकर वाले ने ਜਿਹੜੇ ਬੰਦੇ ਬੇਕਸੂਰ ਆ ਉਹਨਾਂ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਹੋਊਗੀ। ਹਿਮਾਚਲ ਦੇ ਵਿੱਚ ਜਿਹੜੇ 3 ਅੱਜ ਕਿਸਾਨ ਫੜੇ ਗਏ ਨੇ ਉਹਨਾਂ ਉੱਤੇ ਅੰਦਰ ਚਰਚਾ ਕੀਤੀ ਉਹਨਾਂ ਦੇ ਵੀ ਚਰਚਾ ਹੋਈ ਹੈ, ਲੇਕਿਨ ਜਿਹੜੇ ਉਹ ਹਿਮਾਚਲ ਵਾਲੇ ਵੀਰ ਸੀਗੇ ਉਹਨਾਂ ਦੇ ਸੰਬੰਧ 'ਚ ਇਹ ਗੱਲ ਆਈ ਹੈ ਵੀ ਉਹਨਾਂ ਕਿਸਾਨਾਂ ਦੇ ਅਸੀਂ ਹੁਣੇ ਪੜਤਾਲ ਕਰਵਾ ਕੇ ਕੋਈ ਉਹਨਾਂ ਦੀ ਜਾਂਚ ਕਰਵਾ ਕੇ ਉਹਨਾਂ ਨੂੰ ਮਤਲਬ ਬਾਹਰ ਕਢਾਉਣ ਦੀ ਗੱਲ। ਐਮਐਸਪੀ ਉੱਤੇ ਅੰਦਰ ਗੱਲਬਾਤ ਹੋਈ ਹੋਵੇਗੀ ਜੀ? ਦੇਖੋ, ਐਮਐਸਪੀ ਦੇ ਉੱਤੇ ਮੈਂ ਕਹਿੰਦਾ ਇੱਕੋ ਹੀ ਗੱਲ, ਸਾਰੀ ਗੋਲ ਮੋਲ ਗੱਲ ਇੱਕੋ ਹੀ ਹੈ ਕਿ ਸਰਕਾਰ ਦੀ ਕੋਸ਼ਿਸ਼ ਇਹ ਸੀਗੀ ਕਿ ਇੱਕ ਕਮੇਟੀ ਬਣੇ ਔਰ ਕਮੇਟੀ ਨਾਲ ਅਸੀਂ ਤਕਰੀਬਨ ਸਹਿਮਤ ਨਹੀਂ ਗਏ। ਕਮੇਟੀਆਂ ਦਾ ਇੱਕ ਤਰ੍ਹਾਂ ਦਾ ਮਤਲਬ ਕਾਨੂੰਨ ਗੱਲ ਨੂੰ ਉਲਝਾਉਣ ਦਾ ਜ਼ਰੀਆ ਹੁੰਦਾ ਹੈ। ਤੋਂ ਇਸੇ ਗੱਲ ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਇਹ ਸੀਗੀ ਕਿ ਇਹ ਜਿਹੜੀ ਕਮੇਟੀ ਬਣੇ, ਕਮੇਟੀ ਬਣਨ ਦੇ ਵਾਸਤੇ ਨਾਲ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਸਾਲ ਡੇਢ ਸਾਲ ਲਈ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰ ਦਿੰਦੇ ਹਾਂ ਔਰ ਸੁਪਰੀਮ ਕੋਰਟ ਦੇ ਵਿੱਚ ਅਸੀਂ ਦੇ ਦਿਆਂਗੇ, ਐਫੀਡੇਵਿਟ ਦੇ ਕੇ ਸਸਪੈਂਡ ਕਰਾ ਦਿੰਦੇ ਹਾਂ। ਪਰ ਮੈਨੂੰ ਲੱਗਿਆ ਵੀ ਜਿਹੜਾ ਸਾਡਾ ਸੀਗਾ ਅੰਦਰ ਜਿੰਨੇ ਕ ਅਸੀਂ ਮਤਲਬ 40 ਕੁ ਜਥੇਬੰਦੀਆਂ ਸੀਗੀਆਂ, ਸਾਡਾ ਤਕਰੀਬਨ ਇੱਕ ਮਤ ਇਹੀ ਸੀਗਾ ਵੀ ਨਹੀਂ, ਇਹ ਰਿਪੀਲ ਹੋਣੇ ਚਾਹੀਦੇ ਆ। ਪਰ ਫਿਰ ਵੀ ਜਿਹੜੀ ਪ੍ਰਪੋਜ਼ਲ ਆਈ ਹੈ, ਇਹ ਪ੍ਰਪੋਜ਼ਲ ਹਜੇ ਕੱਲ ਨੂੰ ਸਾਡੇ ਬਾਕੀ ਸਾਥੀ, ਕਿਉਂਕਿ ਅਸੀਂ 400 ਜਥੇਬੰਦੀ ਲੜ ਰਹੇ ਹਾਂ, ਤਾਂ ਉਹਨਾਂ ਦੇ ਵਿੱਚ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ। ਡੱਲੇਵਾਲ ਸਾਹਿਬ, ਇਹੀ ਸੁਪਰੀਮ ਕੋਰਟ ਕਹਿ ਰਹੀ ਸੀ ਕਿ ਅਸੀਂ ਰੋਕ ਲਗਾ ਦਿੰਦੇ ਹਾਂ, ਇਹੀ ਗੱਲ ਕੇਂਦਰ ਸਰਕਾਰ ਕਹਿ ਰਹੀ ਆ। ਦੇਖੋ, ਮੈਂ ਉਹੀ ਬੇਨਤੀ ਕਰਦਾ ਨਾ ਜੀ, ਸੁਪਰੀਮ ਕੋਰਟ ਦੇ ਵਿੱਚ ਵੀ ਉਹੀ ਗੱਲ ਸੀ ਕਿ ਇੱਥੇ ਵੀ ਉਹੀ ਗੱਲ ਸੀ, ਅਖੀਰ ਨੂੰ ਮਤਲਬ ਸਰਕਾਰ ਨੇ ਵੀ ਉਹੀ ਗੱਲ ਕਹਿਤੀ ਕਿ ਅਸੀਂ ਰੋਕ ਲਾਉਣ ਨੂੰ ਤਿਆਰ ਹਾਂ। ਬਦਲ ਲਈਏ ਫੈਸਲਾ ਕੱਲ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ, ਉਸ ਤੋਂ ਬਾਅਦ ਕਲੀਅਰ ਹੋਊਗਾ ਵੀ ਕੀ ਫੈਸਲਾ ਲੈਂਦੇ, ਜਾਂ ਲੈਣਾ ਜਾਂ ਨਹੀਂ ਲੈਣਾ। ਅੱਜ ਤੁਸੀਂ ਐਮਐਸਪੀ ਤੇ ਚਰਚਾ ਕਰਨਾ ਚਾਹ ਰਹੇ ਸੀ, ਲੇਕਿਨ ਸਰਕਾਰ ਤਿਆਰ ਨਹੀਂ ਸੀ। ਸਰਕਾਰ ਕਹਿ ਰਹੀ ਸੀ ਪਹਿਲਾਂ 3 ਕਾਨੂੰਨਾਂ ਤੇ ਤੁਸੀਂ ਜਿਹੜਾ ਵਾ ਆਪਣਾ ਸਟੈਂਡ ਕਲੀਅਰ ਕਰੋ, ਉਸ ਤੋਂ ਬਾਅਦ ਚਰਚਾ ਕਰੋ। ਉਹ 3 ਕਾਨੂੰਨ ਨੂੰ ਮੇਜਰ ਰੱਖ ਰਹੀ ਸੀ ਤੇ ਐਮਐਸਪੀ ਨੂੰ ਪਿੱਛੇ, ਪਰ ਅਸੀਂ ਕਿਹਾ ਵੀ ਐਮਐਸਪੀ ਵੀ ਨਾਲ ਮੇਜਰ ਪੁਆਇੰਟ ਆ, ਉਹਦੇ ਤੇ ਕਾਨੂੰਨ ਬਣਾਉਣ ਵਾਸਤੇ ਅਸੀਂ ਨਾਲ ਮੰਗ ਰੱਖੀ ਆ। ਜਿਹੜੀ 4 ਸੂਤਰੀ ਪ੍ਰੋਗਰਾਮ ਸੀ, ਉਹਦੇ ਚ 2 ਸੂਤਰੀ ਪ੍ਰੋਗਰਾਮ ਐਮਐਸਪੀ ਸੀ, ਇੱਕ 3 ਕਾਨੂੰਨਾਂ ਦਾ ਸੀ। ਅੱਜ ਦੀ ਮੀਟਿੰਗ ਤੋਂ ਜਥੇਬੰਦੀਆਂ ਸੰਤੁਸ਼ਟ ਜਾਂ ਨਹੀਂ? ਨਹੀਂ, ਦੋਸਤੀ ਰਿਪੀਲ ਹੋਣ ਦੀ ਸਾਨੂੰ ਆਸ ਸੀਗੀ ਵੀ ਅੱਜ ਰਿਪੀਲ ਹੋਣਾ ਚਾਹੀਦਾ। 10ਵੀਂ ਬ੍ਰਿਗੇਡ ਦੀ ਬੈਠਕ ਹੋ ਗਈ ਸੀਗੀ, ਪਰ ਹੁਣ ਉਸ ਤੋਂ ਬਾਅਦ ਇਹ ਲੱਗਦਾ ਵੀ ਸਰਕਾਰ ਕੁਝ ਹੋਈ ਆ। ਦੇਖਦੇ ਆ ਅਗਲੇ ਪ੍ਰਪੋਜ਼ਲ ਕੀ ਕਹਿੰਦੀ ਹੈ। ਸ਼ਾਇਦ 26 ਤਰੀਕ ਨੂੰ ਲੈ ਕੇ ਕੀ ਤਿਆਰੀ? 26 ਤਰੀਕ ਦੀ ਪੂਰੀ ਚੜ੍ਹਦੀ ਕਲਾ ਦੀ ਤਿਆਰੀ ਪੂਰੀ ਆ ਜੀ। ਤਾਂ ਹਰਮੀਤ ਸਿੰਘ ਕਾਦੀਆਂ ਹੋਰਾਂ ਨਾਲ ਗੱਲ ਕੀਤੀ, ਗੁਰਨਾਮ ਸਿੰਘ ਹੋਰਾਂ ਨਾਲ ਗੱਲ ਕਰ ਲੈਂਦੇ ਆ। गुरनाम जी, आज दी मीटिंग किस तरीके नाल देखते हो? कल उसकी मीटिंग हुई, कल मीटिंग में विचार किया जाएगा उस पर। हाँ। तो सरकार की तरफ से जो प्रपोजल दिया गया है 1.5 साल के स्टे का, उस पर क्या विचार है किसानों का? देखिए, कल विचार करेंगे ना उस पर। कल क्या है, कल अपनी मीटिंग इसलिए बुलाई है ना, क्योंकि सभी लोग ये न कहते कि हमारे से पूछना आपको चाहिए था, इसलिए कल की मीटिंग रखी। गुरनाम जी, आज एनआईए का जिक्र होया, एनआईए ने जो नोटिस भेजे उसका जिक्र होया, उस पर उन्होंने कहा कि आप उनके नाम दो, अगर कोई गलत है तो हम उस पर उसको निकालेंगे, उसका आप नाम हमें दे दीजिए। 26 तरीक ਨੂੰ ਲੈ ਕੇ ਹੁਣ ਕੀ ਤਿਆਰੀ है? 26 जैसी तैयारी थी वैसी तैयारी। सरकार का रवैया नरम नजर आया जी? नहीं, नरम मरम कुछ नहीं नजर आया। ऐसी प्रपोजल तो वो पहले भी दे रहे थे और आज भी उन्होंने दी है, लेकिन उस पर विचार करने की बात। तो ठीक ही राय है जो नवा प्रपोजल 2 साल का? अगर मैंने राय अभी दे दी तो फिर कल की मीटिंग में क्या करेंगे? चन्नू साहब, फिर इसका लग रहा है कि सरकार खारिज नहीं किया तो यस भी हो सकती है, खारिज नहीं किया तो फिर वही बात है। फिर आपके ये सवाल वही हो गया ना। हाँ। कि अगर मैं पहले ही आपको बता दूंगा तो कल की मीटिंग में विचार करूंगा। मैं अपनी तरफ से क्या बताऊं, जैसे सबकी राय होगी वैसे। आपकी निजी राय क्या है? क्या आपको लग रहा है कि इस पर? मैं निजी राय आपको पहले कैसे दे दूं? निजी राय मीटिंग में तो रखूंगा भाई साहब। ਇੱਕ ਲੈਟਰ ਪੈਡ ਜਿਹੜਾ ਆਇਆ ਸੀਗਾ ਬੀਜੇਪੀ ਦਾ, ਉਹਦੇ ਬਾਰੇ ਗੱਲਬਾਤ ਹੋਈ ਹੈ ਜਿਹਦੇ ਤੇ ਲਿਖਿਆ ਗਿਆ ਸੀ ਕਿ 26 ਨੂੰ ਜਿਹੜੇ सोशल मीडिया पे वायरल नहीं, मेरे ख्याल से तो उन्होंने पहले उसका खंडन कर दिया था कि ये हमारा नहीं है, शायद पहले ही खंडन। सरसा कह रहे सी कि इदां किवें चोरी हो सकता है ਜਿਹੜਾ ਲੈਟਰ ਪੈਡ? और नहीं, उनके आगे रखी थी वो बात, लेकिन उन्होंने उस पे वही बात शिमले पहले। ਦੇ ਵਿੱਚ ਜਿਹੜੇ 3 ਕਿਸਾਨ ਪ੍ਰਚਾਰ ਕਰਦੇ ਫੜੇ ਗਏ ਨੇ हाँ, उस पे उसके लिए बात हुई थी और सरकार का की करना उस पे
ध्यान नहीं मैंने दिया क्या कहा उसके पर, लेकिन बात चली थी। मैं उस वक्त बाहर था, बाथरूम में था। ਮਾਨ ਸਿੰਘ ਹੋ ਰਹੀ ਨਿਊਜ਼ 18 ਤੇ ਜੁੜੇ, ਉਹਨਾਂ ਨੇ ਜ਼ਿਕਰ ਦੱਸਿਆ, ਮੀਟਿੰਗ ਦੇ ਅੰਦਰ ਦੀਆਂ ਗੱਲਾਂ ਦੱਸੀਆਂ। ਔਰ ਹੁਣ ਕੱਲ ਕਿਸਾਨ ਜਥੇਬੰਦੀਆਂ 11 ਵਜੇ ਮੀਟਿੰਗ ਕਰਨਗੀਆਂ, ਪੰਜਾਬ ਦੀ ਜਥੇਬੰਦੀਆਂ 32 ਜਥੇਬੰਦੀਆਂ ਮੀਟਿੰਗ ਕਰਨਗੀਆਂ। ਉਸ ਤੋਂ ਬਾਅਦ 8 ਜਥੇਬੰਦੀਆਂ ਜਿਹੜੀਆਂ ਬਾਕੀ ਨੇ ਉਹਨਾਂ ਦੇ ਨਾਲ ਦੁਪਹਿਰ 3 ਵਜੇ ਦੇ ਕਰੀਬ ਮੀਟਿੰਗ ਹੋਏਗੀ। ਔਰ ਪਰਸੋਂ ਦੀ ਮੀਟਿੰਗ ਦੇ ਵਿੱਚ ਜਾਇਆ ਜਾਏਗਾ। ਪਰਸੋਂ ਦੀ ਮੀਟਿੰਗ ਦੇ ਵਿੱਚ ਹਾਂ ਕਰਨੀ ਹੈ ਨਾ ਕਰਨੀ ਹੈ ਸਰਕਾਰ ਦੇ ਪ੍ਰਪੋਜ਼ਲ ਨੂੰ ਲੈ ਕੇ, ਉਸ ਤੇ ਫੈਸਲਾ ਲਿੱਤਾ ਜਾਏਗਾ। ਬਿਲਕੁਲ ਨਹੀਂ, ਹਾਂ ਤੇ ਨਾ ਦੀ ਗੱਲ ਕਰੋ। ਇਹ ਸਰਕਾਰ ਆਈ ਆ ਵੀ ਅਸੀਂ 1.5 ਸਾਲ ਲਈ ਮਤਲਬ ਅਲਫੀਆ ਬਿਆਨ ਦੇ ਦੇਣੇ, ਅਸੀਂ ਕੋਈ ਹਾਂ ਨਹੀਂ ਕਰਦੇ। ਇਧਰ ਆ ਸੁਖਜਿੰਦਰ ਬਾਪੂ ਸਰਕਾਰ ਬਾਰ-ਬਾਰ ਉਹੀ ਤਰਮੀਮਾਂ ਕਰਨ ਤੇ ਅਮੈਂਡਮੈਂਟ ਸੋਧਾਂ ਕਰਨ ਤੇ ਜਾਰੀ ਹੈਗੀ ਹੈ। ਅੱਜ ਸਰਕਾਰ ਕੁਝ ਪਿੱਛੇ ਹਟੀ ਹੈ। ਉਹਨੇ ਸਰਕਾਰ ਨੇ ਕਿਹਾ ਕਿ 80 ਸਾਲ 1.5 ਸਾਲ ਦੇ ਲਈ ਇਹਨੂੰ ਜਿਹੜਾ ਕਾਨੂੰਨਾਂ ਨੂੰ ਸਸਪੈਂਡ ਕਰ ਦੇਣਾ। ਸੁਪਰੀਮ ਕੋਰਟ ਦੇ ਵਿੱਚ ਬਿਆਨ ਹਲਫੀਆ ਦੇ ਦਿਆਂਗੇ ਵੀ ਇਹ ਮਤਲਬ ਜਿੰਨਾ ਚਿਰ ਇੱਥੇ ਕਮੇਟੀ ਬਣਾ ਦਾਂਗੇ, ਜੇ ਉਹ ਕਮੇਟੀ ਜੋ ਰਿਪੋਰਟ ਦੇਊਗੀ, ਜੇ ਉਹਨਾਂ ਨੇ ਰੱਦ ਕਰਨ ਦੀ ਰਿਪੋਰਟ ਦੀ ਤਾਂ ਰੱਦ ਕਰ ਦਾਂਗੇ, ਤੇ ਬਾਕੀ ਜਿਹੜੇ ਮਸਲੇ MSP ਆ ਖਰੀਦ ਹੈ ਉਹਦੇ ਉੱਤੇ ਵੀ ਉਹ ਕਮੇਟੀ ਆ ਜਿਹੜੀ ਗੱਲਬਾਤ ਜੋ ਰਿਪੋਰਟ ਦੇਊਗੀ ਉਹ ਲਾਗੂ ਕਰਾਂਗੇ। ਭੋਗ ਸਿੰਘ ਮਾਨਸਾ। ਕਿਸਾਨਾਂ ਦਾ ਸਟੈਂਡ ਸਖਤ ਰਿਹਾ, ਤਾਂ ਸਰਕਾਰ ਨੇ ਕਿਹਾ ਕਿ ਅੱਜ ਅਸੀਂ ਗੁਰਪੁਰਬ ਦੇ ਨਾਤੇ ਦੇ ਉੱਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ 1.5 ਸਾਲ ਲਈ ਇਹਨਾਂ ਨੂੰ ਰੱਦ ਕਰ ਆਪਣਾ ਜਿਹੜਾ ਸਸਪੈਂਡ ਕਰ ਦੋਗੀ, ਸਸਪੈਂਡ ਕਰ ਦਿੱਤੀ ਜਾਣੀ ਇਹਨਾਂ ਨੂੰ, ਤੇ ਸੁਪਰੀਮ ਕੋਰਟ ਦੇ ਵਿੱਚ ਬਿਆਨ ਹਲਫੀਆ ਦੇ ਦੂਗੀ ਤੇ ਕਮੇਟੀ ਬਣਾ ਦਿਆਂਗੇ। ਤੇ ਉਹ ਕਮੇਟੀ ਨੇ ਜੇ ਮਨਜ਼ੂਰ ਆਪਣਾ ਪਾਸ ਕਰਤਾ ਵੀ ਇਹਨੂੰ ਰਿਪੀਲ ਕੀਤਾ ਜਾਣ ਤਾਂ ਰਿਪੀਲ ਕਰ ਦਾਂਗੇ। MSP ਤੇ ਵੀ ਗੱਲ ਹੋਊਗੀ ਤੇ ਜਿਹੜੇ ਪਰਚੇਜ ਸਰਕਾਰੀ ਪਰਚੇਜ ਤੇ ਵੀ ਇੱਕ ਸਰਕਾਰ ਮੰਨ ਰਹੀ ਹੈ ਗੱਲ। ਮੰਨ ਲਓ ਅਗਰ ਕਮੇਟੀ ਇਹ ਫੈਸਲਾ ਲੈਂਦੀ ਹੈ ਕਿ ਬਿੱਲਾਂ ਨੂੰ ਰੱਦ ਕਰ ਦਿੱਤਾ ਜਾਵੇ ਤਾਂ 2 ਸਾਲ ਬਾਅਦ ਬਿੱਲਾਂ ਨੂੰ ਰੱਦ ਵੀ ਕੀਤਾ ਜਾ ਸਕਦਾ। ਜੇਕਰ ਸੋਧ ਦੀ ਗੱਲ ਹੁੰਦੀ ਹੈ ਤਾਂ ਸੋਧ ਕੀਤੀ ਜਾਏਗੀ। ਬਿਲਕੁਲ, ਜਿਹੜੇ ਕਮੇਟੀ ਜੋ ਸਿਫਾਰਿਸ਼ ਕਰੇਗੀ ਉਹ ਸਰਕਾਰ ਮੰਨਣ ਵਾਲੀ ਕਹਿੰਦੀ ਪਾਬੰਦ ਹੋਵੇਗੀ। ਅਸੀਂ ਬਿੱਲ ਵਿੱਚ ਬਾਕਾਇਦਾ ਐਫ ਬਿਆਨ ਹਨ ਫਿਰ ਸੁਪਰੀਮ ਕੋਰਟ 'ਚ ਲਿਖ ਕੇ ਦੇ ਬਕਾਇਦਾ ਤੌਰ ਤੇ ਉਸ ਦੇ ਵਿੱਚ ਇਸ ਚੀਜ਼ ਦਾ ਵੀ ਹਲਫੀਆ ਬਿਆਨ ਦਿੱਤਾ ਜਾਏਗਾ ਕਿ ਜੇਕਰ ਰੱਦ ਦੀ ਸਿਫਾਰਿਸ਼ ਹੁੰਦੀ ਹੈ ਤਾਂ ਰੱਦ ਕੀਤੇ ਜਾਣਗੇ। ਬਿਲਕੁਲ 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 ਸਰਕਾਰ ਨੇ ਕਿਹਾ ਵੀ ਹਾਂ ਜੇ ਰੱਦ ਦੀ ਸਿਫਾਰਿਸ਼ ਹੁੰਦੀ ਰੱਦ ਕੀਤੇ ਜਾਣਗੇ। ਪਰ ਅਜੇ ਅਸੀਂ ਮੀਟਿੰਗ ਕਰਨੀ ਹੈ, ਮੀਟਿੰਗ ਤੋਂ ਬਾਅਦ ਫਿਰ ਪਰਸੋਂ ਨੂੰ ਸਰਕਾਰ ਨਾਲ ਮੀਟਿੰਗ ਹੋਣੀ। ਲੱਗ ਰਿਹਾ ਕਿ ਸਰਕਾਰ ਜਿਹੜੀ ਪਹਿਲਾਂ ਕਹਿ ਰਹੀ ਕੇਂਦਰ ਸਰਕਾਰ ਨੇ ਤੁਹਾਨੂੰ ਟਾਈਮ ਦਿੱਤਾ, ਪਰਸੋਂ ਦਾ ਟਾਈਮ ਸਰਕਾਰ ਨੇ ਸਰਕਾਰ ਦਾ ਕੱਲ ਨੂੰ ਬੁਲਾ ਰਹੀ ਸੀ। ਸੋ ਰਾਜੇਵਾਲ ਜੀ ਅਹਿਮ ਮੀਟਿੰਗ ਸਰਕਾਰ ਨਾਲ, ਅਹਿਮ ਮੀਟਿੰਗ ਕਿਸ ਤਰੀਕੇ ਦੇ ਨਾਲ ਔਰ ਕਿਸਾਨਾਂ ਦਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਤਾਂ ਮਤਲਬ ਜਿਹੜਾ ਹੈਗਾ ਸਰਕਾਰ ਨੂੰ 26 ਜਨਵਰੀ ਜਿਹੜੇ ਸਰਕਾਰ ਦੇ ਗਲੇ ਦੀ ਹੱਡੀ ਬਣੀ ਹੋਈ ਹੈ, ਜਿਹੜਾ ਕਿਸਾਨ ਅਸੀਂ ਉਸ ਪਰੇਡ ਕਰਨ ਤੇ ਜਿਹੜਾ ਅੰਦੋਲਨ ਦੇ ਵਿੱਚ ਇਹ ਕੰਮ ਕਰ ਰਹੇ ਹਾਂ ਤਾਂ ਕਿਉਂ ਇਸ ਤਰੀਕੇ ਨਾਲ? ਉਹਨਾਂ ਨੇ ਜਦੋਂ ਮੰਨ ਲਿਆ ਇਸ ਗੱਲ ਨੂੰ ਵੀ ਠੀਕ ਹੈ, ਇੱਕ ਦੋ ਟੁਕ ਉਹਨਾਂ ਨੇ ਗੱਲ ਕਰਤੀ ਵੀ ਇੱਥੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਜਿਹੜੇ ਨਿਰਦੋਸ਼ ਨੇ ਮੈਂ ਗਾਰੰਟੀ ਲੈਣਾ ਕੋਈ ਕਾਰਵਾਈ ਨਹੀਂ ਹੋਏਗੀ। ਔਰ ਉਹਨਾਂ ਨੇ ਕਿਹਾ ਲਿਸਟ ਲਿਆ ਕੇ ਦਿਓ ਕਿੰਨਾ ਕਿੰਨਾ ਤੇ ਹੋਇਆ। ਹਾਂ, ਉਹ ਲਿਸਟ ਨੂੰ ਦੇ ਦਾਂਗੇ ਲਿਆ ਕੇ, ਇਹਨਾਂ ਤੇ ਹੋਇਆ। ਅੱਜ ਜਿਹੜੇ ਸਾਡੇ ਸੰਘਰਸ਼ ਨਾਲ ਜੁੜੇ ਹੋਏ ਨੇ ਉਹ ਦੇ ਦਾਂਗੇ ਲਿਸਟ। ਔਰ ਜੋ ਨਵਾਂ ਪ੍ਰਪੋਜ਼ਲ ਹੈ ਕਿਸ ਤਰੀਕੇ ਨਾਲ ਨਵੇਂ ਪ੍ਰਪੋਜ਼ਲ ਨੂੰ ਦੇਖ ਰਹੇ ਹੋ? ਦੇਖੋ, ਇੱਕ ਤਾਂ ਅਸੀਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂਗਾ ਜਿਹੜੇ ਜੰਮੂ ਕਸ਼ਮੀਰ ਸਾਡੇ ਬੰਦੇ ਫੜੇ ਉਹਨਾਂ ਤੇ ਵੀ ਇੱਕ BJP ਵੱਲੋਂ ਰਜੇਸ਼ ਭਾਟੀਆ ਵੱਲੋਂ ਜਿਹੜੀ ਚਿੱਠੀ ਲਿਖੀ ਗਈ, ਉਹਨਾਂ ਨੇ ਖੰਡਨ ਕਰਤਾ। ਉਹਨਾਂ ਨੇ ਕਿਹਾ FIR ਦਰਜ ਕਰਵਾਈ ਹੋਈ ਹੈ। ਉਹ FIR ਤੇ ਸਿਰਫ ਐਵੇਂ ਇੱਕ ਅਥਰੂ ਭਜਾਉਣ ਵਾਲੀ ਗੱਲ ਹੁੰਦੀ ਆ। ਲਿਖੀ ਹੈ ਸੀ ਪਰ ਚਲੋ ਮੁੱਕਰ ਤਾਂ ਗਏ ਨੇ ਨਾ। ਪਰ ਜਿਹੜਾ ਕੰਮ ਉਹ ਕਰਨਾ ਚਾਹੁੰਦੇ ਸੀ ਲੋਕਾਂ ਨੂੰ ਭੜਕਾਉਣ ਵਾਸਤੇ, ਉਹ ਚ ਤਾਂ ਉਹ ਗਿਆ। ਸ਼ਿਮਲੇ ਦਾ ਜ਼ਿਕਰ ਕੀਤਾ ਤੁਸੀਂ, ਸ਼ਿਮਲੇ ਜਿਹੜੇ ਕਿਸਾਨ ਸਾਰਾ ਹਾਂਜੀ ਬਿਲਕੁਲ ਕੀਤਾ। ਔਰ ਜਿਹੜੀ ਪ੍ਰਪੋਜ਼ਲ ਆਈ ਹੈ ਉਹ ਤੇ ਅਸੀਂ ਤਾਂ ਉਹਨਾਂ ਨੂੰ ਕਿਹਾ ਕਿ ਅਸੀਂ ਤਾਂ ਰੱਦ ਕਰਾਉਣਾ, ਇਸ ਤੋਂ ਘੱਟ ਨਹੀਂ। ਪਰ ਫਿਰ ਵੀ ਅਸੀਂ ਕੱਲ ਦੀ ਜਿਹੜੀ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਆ ਉਹ ਚ ਵਿਚਾਰ ਉਹਨਾਂ ਨੇ ਕਿਹਾ ਕਿ 2 ਸਾਲ ਤੱਕ ਕਾਨੂੰਨ ਜਿਹੜੇ ਰੋਕ ਲਗਾ ਦਿੰਨੇ ਉਹਨਾਂ ਦੇ ਉੱਤੇ। ਅੱਜ ਇਹੀ ਗੱਲ ਹੈ ਤੇ ਨਾਲ ਕਮੇਟੀ ਬਣਾਉਣ ਵਾਸਤੇ ਵੀ ਹੈ ਵੀ ਜੇ ਕਮੇਟੀ ਚਾਹੇਗੀ ਤੇ ਇਹ ਰਿਪੀਲ ਵੀ ਹੋ ਸਕਦੀ। ਬਲਦੇਵ ਸਿੰਘ ਸਿਰਸਾ ਉਹਨਾਂ ਨੇ ਕਿਹਾ ਕਿ ਜ਼ਿਕਰ ਹੋਇਆ, ਜ਼ਿਕਰ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਹਨਾਂ ਨੂੰ ਨੋਟਿਸ ਆਇਆ ਸੀ। ਸਮਾਪਤ ਹੋ ਸਕਦੇ ਨੇ। ਨਹੀਂ, ਅਸੀਂ ਦੇਖੋ ਗੱਲ ਅੱਜ ਹੈਗੀ 20 ਤਰੀਕ 21 ਤਰੀਕ ਦੀ ਸਾਡੀ ਮੀਟਿੰਗ ਹੈ। 22 ਤਰੀਕ ਦਾ ਸਰਕਾਰ ਨਾਲ ਮੀਟਿੰਗ ਹੋਊਗੀ। ਉਸ ਤੋਂ ਬਾਅਦ ਕੋਈ ਲਿਖਤਾਂ ਪੜ੍ਹਤਾਂ ਹੁੰਦੀਆਂ ਨੇ ਤਾਂ ਹੋ ਸਕਦਾ ਵੀ ਜੇ ਸਰਕਾਰ ਮੰਨ ਵੀ ਗਈ ਤਾਂ 26 ਜਨਵਰੀ ਦੀ ਜਿਹੜੀ ਪਰੇਡ ਹੈ ਉਸ ਜੇਤੂ ਰੂਪ ਦੇ ਵਿੱਚ ਪਰੇਡ ਕਰਦੀ ਹੈ। ਸੋ 26 ਜਨਵਰੀ ਦੀ ਪਰੇਡ ਇੱਕ ਜੇਤੂ ਤੌਰ ਤੇ ਪਰੇਡ ਦੇ ਤੌਰ ਤੇ ਵੀ ਕੱਢੀ ਜਾ ਸਕਦੀ ਹੈ ਔਰ ਕਿਹਾ ਜਾ ਸਕਦਾ ਹੈ। ਪਰ ਲੱਗ ਰਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਪੋਜ਼ਿਟਿਵ ਤਾਂ ਜ਼ਰੂਰ ਹੋਇਆ। बेटा साइड में हो जा, साइड में हो जा। चालू करें। आप लोग ठंड में इतना तकलीफ कर रहे हो इसलिए मैं आपको मुस्कुराने के लिए कोशिश कर रहा था। आज
किसान संगठनों के साथ भारत सरकार की 10वें दौर की चर्चा पूर्ण हुई। इस चर्चा में भारत सरकार के मंत्री माननीय श्री पीयूष गोयल जी, माननीय श्री सोम प्रकाश जी, अफसर और किसान यूनियन के नेतागण उपस्थित थे। आज का दिन काफी महत्वपूर्ण है और आंदोलन की दृष्टि से भी उसका महत्व था, क्योंकि आज परम पूज्य गुरु गोविंद सिंह जी का प्रकाश पर्व है और हमारी कोशिश थी कि गुरु गोविंद सिंह जी का स्मरण करके बैठक प्रारंभ हो और आज ही बैठक में कोई न कोई निर्णय हो जाए। किसान यूनियन परंपरागत रूप से अपनी रिपील की मांग पर थी और सरकार खुले मन से, बड़े हृदय से कानून के प्रावधान के अनुसार विचार करने और संशोधन करने के लिए तैयार थी। चर्चा सौहार्दपूर्ण वातावरण में संपन्न हुई। सब तरफ से विचार आए और चर्चा नरम और गरम होती रही। कई दौर चर्चा के हुए। जैसा मैंने पूर्व में बताया कि आज का दिन गुरु गोविंद सिंह जी को समर्पित है। इस पावन प्रकाश पर्व पर कोई हल निकल आए, यह सरकार की बहुत तीव्र इच्छा थी और इसलिए हम लोगों ने सरकार की ओर से यूनियन को यह प्रस्ताव दिया कि आपके मन में जो शंकाएं हैं वो समाधित हो सके और सरकार खुले मन से इन विषयों पर विचार करने के लिए तैयार है। यह विश्वास आपके मन में जाग पाए। अभी आप सबके ध्यान में है कि सुप्रीम कोर्ट ने कुछ अल्प समय के लिए कृषि सुधार कानूनों को स्थगित किया है। क्रियान्वयन कुछ दिनों तक नहीं हो सकेगा, लेकिन पूर्व में भी और आज भी हमने विस्तार पूर्वक उन्हें कहा कि कानूनों पर विचार करना है और आंदोलन से जुड़े विभिन्न पहलुओं पर विचार करना है, तो निश्चित रूप से समय तो चाहिए और समय चाहिए तो वो समय 6 महीने का भी हो सकता है, 1 साल का भी हो सकता है, 1.5 साल का भी हो सकता है और सरकार 1-1.5 साल तक भी कानून के क्रियान्वयन को स्थगित करने के लिए सहमत है। इस दौरान किसान और सरकार के प्रतिनिधि मिलकर समस्याओं का हल खोजें और जो समाधान हो उस समाधान को आगे बढ़ाया जाए। मुझे प्रसन्नता भी है और गुरु गोविंद सिंह जी के जन्मदिन का यह प्रभाव भी है कि किसान यूनियन ने इसको बहुत गंभीरता से लिया और उन्होंने कहा कि ये प्रस्ताव हम कल अपने यहाँ विचार विमर्श करेंगे और परसों दोपहर में 12 बजे हम लोग दोबारा बैठक में आएंगे और आपको निर्णय से अवगत कराएंगे। मुझे लगता है कि बातचीत सार्थकता की ओर बढ़ रही है और संभावना
व्यक्त की जा सकती है कि 22 तारीख को समाधान की ओर हम लोग बढ़ सकें। तो कमेटी बनाने की भी तो बात है, कमेटी आप लोग कानून को रोक के कमेटी भी तो बनाने की बात है। मैंने आपको कहा ना कि कानून के क्रियान्वयन को स्थगित कर किसान और सरकार के प्रतिनिधि मिलकर विचार विमर्श करके समाधान की ओर बढ़ें। इस कमेटी में सदस्य कितने होंगे, इसका भी कुछ तय होगा या किसान आपस में तय करके बताएंगे कितने? दरअसल आज तो बातचीत हुई है, जब सिद्धांत इस विषय पर सहमति हो जाएगी तो फिर जो अन्य बिंदु है उन पर विचार विमर्श करेंगे हम लोग। कुछ किसान बात कह रहे थे कि केवल ये एमएसपी के लिए कमेटी, ऐसा नहीं है, तीनों मैंने शब्द यूज किया आंदोलन से जुड़े पहलुओं पर। ट्रैक्टर यात्रा पे भी कोई बातचीत हुई क्या? ट्रैक्टर यात्रा जो निकालेंगे किसान, उसको रोकने के लिए आपने कोई? स्वाभाविक रूप से जब हम